ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਅੱਜ ਅਸੀਂ 8ਵੀਂ ਜਮਾਤ ਦੀ ਪਾਠ ਪੁਸਤਕ ਮਾਣਕਮਾਲਾ ਭਾਗ 3 ਦਾ 20ਵਾਂ ਪਾਠ, ਜਿਸ ਦਾ ਨਾਂ ਹੈ ਰਿੱਛ ਦੀ ਗੁਫਾ, ਜੋ ਮਨਮੋਹਨ ਸਿੰਘ ਬਾਵਾ ਜੀ ਦੁਆਰਾ ਲਿਖਿਆ ਗਿਆ ਹੈ। ਇਸ ਵਿੱਚ ਇੱਕ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਆਓ ਸ਼ੁਰੂ ਕਰਦੇ ਹਾਂ। ਜਦ ਉਹ ਤਰੰਗੜੀ ਬੰਨਣ ਦੀ ਉਡੀਕ ਕਰ ਰਹੇ ਸਨ ਤਾਂ ਨਿੰਦੀ ਨੇ ਆਪਣੇ ਬੂਟ ਉਤਾਰ ਕੇ ਆਪਣੇ ਪੈਰਾਂ ਨੂੰ ਨਾਲੇ ਦੇ ਪਾਣੀ ਨਾਲ ਸਾਫ਼ ਕੀਤਾ। ਤਰੰਗੜੀ ਭਾਵ ਲੱਕੜੀ ਤੇ ਫੱਟਿਆਂ ਦਾ ਬਣਿਆ ਹੋਇਆ ਇੱਕ ਪੁਲ ਹੁੰਦਾ ਹੈ। ਉਸ ਨੂੰ ਬੰਨਣ ਦਾ ਮਤਲਬ ਲੱਕੜੀ ਤੇ ਫੱਟਿਆਂ ਦੇ ਪੁਲ ਨੂੰ ਬੰਨ੍ਹ ਰਹੇ ਸਨ। ਤਾਂ ਬੂਟ ਉਤਾਰ ਕੇ ਆਪਣੇ ਪੈਰਾਂ ਨੂੰ ਨਾਲੇ ਦੇ ਪਾਣੀ ਨਾਲ ਸਾਫ਼ ਕੀਤਾ। ਨੰਗੇ ਪੈਰੀ ਚੱਲਦਿਆਂ ਇੱਕ ਪੱਥਰ ਨਾਲ ਉਸਦੇ ਪੈਰ ਦਾ ਠੇਡਾ ਲੱਗ ਗਿਆ। ਠੇਡਾ मतलब उसका अंगूठा उस पत्थर से लग गया। पर ਹੁਣ ਜਦ ਉਸਨੇ ਪੁਲ ਪਾਰ ਕਰਕੇ ਚੜ੍ਹਾਈ ਚੜ੍ਹਨੀ ਆਰੰਭ ਕੀਤੀ ਤਾਂ ਉਸਦੇ ਪੈਰ ਦੇ ਅੰਗੂਠੇ ਵਿੱਚ ਪੀੜ ਹੋਣ ਲੱਗੀ। ਉਹ ਬਾਕੀਆਂ ਦੇ ਨਾਲ ਆਪਣੀ ਰਫ਼ਤਾਰ ਕਾਇਮ ਨਾ ਰੱਖ ਸਕਿਆ। ਡੇਵਿਡ ਵੀ ਆਪਣੇ ਆਪ ਵਿੱਚ ਬਹੁਤ ਥਕਾਵਟ ਅਨੁਭਵ ਕਰ ਰਿਹਾ ਸੀ। ਹੌਲੀ ਹੌਲੀ ਉਹਨਾਂ ਦੋਹਾਂ ਵਿਚਕਾਰ ਅਤੇ ਅੱਗੇ ਚੱਲ ਰਹੇ ਲੋਕਾਂ ਵਿਚਕਾਰ ਬਿੱਥ ਵੱਧਦੀ ਗਈ। ਪਹਾੜ ਦੇ ਇਸ ਭਾਗ ਵਿੱਚ ਮੌਸਮ ਦਾ ਕੁਝ ਵੀ ਪਤਾ ਨਹੀਂ ਲੱਗਦਾ। ਮੌਸਮ ਕਦੀ ਵੀ ਬਦਲ ਸਕਦਾ ਹੈ। ਇੱਕ ਪਾਸਿਓਂ ਬੱਦਲ ਉੱਠਣੇ ਸ਼ੁਰੂ ਹੋਏ ਤੇ ਕੁਝ ਪਲਾਂ ਵਿੱਚ ਹੀ ਸਾਰਾ ਆਕਾਸ਼ ਬੱਦਲਾਂ ਨਾਲ ਘਿਰ ਗਿਆ। ਜਿਉਂ-ਜਿਉਂ ਨਿੰਦੀ ਅਤੇ ਡੇਵਿਡ ਉੱਪਰ ਵੱਲ ਚੜ੍ਹਦੇ ਗਏ, ਬੱਦਲ ਥੱਲੇ ਆਉਣ ਲੱਗੇ। ਤੇਜ਼ ਹਵਾ ਚੱਲਣ ਲੱਗੀ ਤੇ ਸਾਰਾ ਵਾਯੂਮੰਡਲ ਭੂਰੀ ਜਿਹੀ ਧੁੰਦ ਨਾਲ ਭਰ ਗਿਆ। ਇੰਨੀ ਛੇਤੀ ਤੁਰਨ ਦਾ ਯਤਨ ਕੀਤਾ ਪਰ ਚੱਲ ਨਹੀਂ ਸਕੇ। ਉਹਨਾਂ ਨੂੰ ਸਾਹ ਚੜ੍ਹ ਗਿਆ, मतलब उनकी सांस फूलने लगी ਤੇ ਥੋੜ੍ਹੀ ਦੇਰ ਬਾਅਦ ਸਾਹ ਲੈਣ ਲਈ ਰੁਕਣਾ ਪੈਂਦਾ। ਉਹਨਾਂ ਨੂੰ ਆਪਣੇ ਬਾਕੀ ਸਾਥੀ ਦਿਸਣੇ ਬੰਦ ਹੋ ਗਏ ਤੇ ਉਹ ਇਸ ਆਸ ਵਿੱਚ ਅੱਗੇ ਵਧਦੇ ਗਏ ਕਿ ਸ਼ਾਇਦ ਕਿਸੇ ਮੋੜ 'ਤੇ ਉਹਨਾਂ ਨੂੰ ਇਹ ਦਿਸ ਪੈਣਗੇ ਤਾਂ ਉਹਨਾਂ ਲਈ ਰੁਕ ਗਏ ਹੋਣਗੇ। ਪਰ ਉਹਨਾਂ ਨੂੰ ਕੋਈ ਨਾ ਦਿਸਿਆ। ਇਹ ਸੋਚ ਕੇ ਨਿੰਦੀ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਉਹਨਾਂ ਲਈ ਰੁਕੇ ਕਿਉਂ ਨਹੀਂ। ਜਦ ਕਾਫੀ ਦੇਰ ਤੱਕ ਇੰਜ ਹੀ मतलब ਇਸੇ ਤਰ੍ਹਾਂ ਹੀ ਚੱਲਦੇ ਰਹੇ ਤਾਂ ਡੇਵਿਡ ਨੇ ਆਖਿਆ मतलब ਬੋਲਾ, ਇੰਜ ਤੇ ਨਹੀਂ ਹੋ ਸਕਦਾ ਕਿ ਉਹ ਸਾਡੇ ਲਈ ਨਾ ਅਟਕਣ। ਮੈਨੂੰ ਡਰ ਹੈ ਕਿ ਅਸੀਂ ਰਾਹ ਭੁੱਲ ਕੇ ਕਿਸੇ ਹੋਰ ਪਾਸੇ ਤੁਰਦੇ ਜਾ ਰਹੇ ਹਾਂ। ਤੁਰਦਿਆਂ ਅਚਾਨਕ ਉਹਨਾਂ ਦੇ ਪੈਰ ਥੰਮ ਗਏ। ਉਹ ਇੱਕ ਤਰ੍ਹਾਂ ਦੀ ਉਚਾਈ 'ਤੇ ਪਹੁੰਚ ਗਏ ਸਨ ਜਿਸ ਤੋਂ ਅੱਗੇ ਡੂੰਘੀ ਖੱਡ ਸੀ। मतलब ਆਗੇ ਇੱਕ ਖਾਈ ਥੀ। ਉਹਨਾਂ ਥੱਲੇ ਵੱਲ ਤੱਕਿਆ। ਬਹੁਤ ਥੱਲੇ ਕਿਸੇ ਨਦੀ ਦੀ ਚਾਂਦੀ ਵਾਂਗ ਚਮਕਦੀ ਲਕੀਰ ਜਿਹੀ ਨਜ਼ਰ ਆ ਰਹੀ ਸੀ। ਹੁਣ ਉਹਨਾਂ ਨੂੰ ਯਕੀਨ ਹੋ ਗਿਆ ਕਿ ਉਹ ਸੱਚਮੁੱਚ ਹੀ ਰਸਤਾ ਭੁੱਲ ਗਏ ਹਨ। ਹੌਲੀ ਦਿਨ ਦਾ ਚਾਨਣ ਘਟਦਾ ਜਾ ਰਿਹਾ ਸੀ। ਦਿਨ ਦਾ ਚਾਨਣ मतलब ਦਿਨ ਕੀ ਰੋਸ਼ਨੀ ਕਮ ਹੋਤੀ ਜਾ ਰਹੀ ਥੀ। ਆਲੇ ਦੁਆਲੇ ਭੂਰੇ ਰੰਗ ਦੇ ਬੱਦਲ ਅਤੇ ਉਹਨਾਂ ਨੂੰ ਇੰਜ ਲੱਗਿਆ ਜਿਵੇਂ ਉਹ ਇਹਨਾਂ ਬੱਦਲਾਂ ਵਿੱਚ ਕੈਦ ਹੋ ਗਏ ਹੋਣ। ਉਹਨਾਂ ਨੂੰ ਕੁਝ ਸਮਝ ਨਾ ਆਇਆ ਕਿ ਉਹ ਕੀ ਕਰਨ। ਉਹ ਬੌਂਦਲੇ ਹੋਏ मतलब ਬਹੁਤ ਜ਼ਿਆਦਾ ਘਬਰਾ ਗਏ ਜਿਹੇ ਉੱਥੇ ਹੀ ਖੜ੍ਹੇ ਇੱਧਰ ਉੱਧਰ ਵੇਖਣ ਲੱਗੇ। ਕਿਤੇ ਕੋਈ ਰਸਤਾ, ਕੋਈ ਪਗਡੰਡੀ ਨਜ਼ਰ ਨਹੀਂ ਸੀ ਆ ਰਹੀ। ਉਹਨਾਂ ਨੇ ਉੱਚੀ ਮਨਜੀਤ ਤੇ ਭੂਸ਼ਣ ਨੂੰ ਆਵਾਜ਼ਾਂ ਮਾਰੀਆਂ ਪਰ ਉਹਨਾਂ ਦੀ ਆਵਾਜ਼ ਬੱਦਲਾਂ ਦੇ ਧੁੰਦਲੇਪਨ 'ਚ ਗਵਾਚ ਕੇ ਰਹਿ ਗਈ। ਸਿਰਫ ਇੱਕੋ ਆਵਾਜ਼ ਕਦੀ ਉਹਨਾਂ ਦੇ ਕੰਨਾਂ 'ਚ ਪੈ ਕੇ ਉਹਨਾਂ ਨੂੰ ਹੋਰ ਵੀ ਭੈਭੀਤ ਕਰ ਜਾਂਦੀ ਤੇ ਉਹ ਆਵਾਜ਼ ਸੀ ਬਰਫਾਨੀ ਰੋੜਾਂ ਦੀ, ਜੋ ਆਪਣੇ ਨਾਲ ਕਈ ਮਣ ਬਰਫ਼ ਰੋੜਦੀ ਹੋਈ ਕਿਸੇ ਡੂੰਘੀ ਖੱਡ ਵਿੱਚ डिगती जा रही थी कि बहुत बड़ी बर्फ़ नीचे गिरती जा रही थी, जिसकी आवाज़ उन्हें और ज़्यादा डरा रही थी। हवा ठंडी होने लगी। निंदी ने अपनी जैकेट के बटन ठीक किए ਅਤੇ ठंड ਨਾਲ ਕੰਬਦਿਆਂ ਹੋਇਆ मतलब ਕਾਂਪते हुए ਡੇਵਿਡ ਦਾ ਹੱਥ ਘੁੱਟ ਕੇ ਫੜ ਲਿਆ। ਨਿੰਦੀ ਕੁਝ ਬੋਲਣਾ ਚਾਹੁੰਦਾ ਸੀ ਪਰ ਕਿਸੇ ਅਗਿਆਤ ਡਰ ਨਾਲ ਸ਼ਬਦ ਉਸਦੇ ਗਲ ਵਿੱਚ ਹੀ ਅਟਕ ਕੇ ਰਹਿ ਜਾਂਦੇ। ਉਸਨੂੰ ਆਪਣੇ ਘਰ ਦਾ ਨਿੱਘਾ ਕਮਰਾ ਤੇ ਆਪਣੇ ਮੰਮੀ ਪਾਪਾ ਯਾਦ ਆਉਣ ਲੱਗੇ ਤੇ ਇੱਥੇ ਉਹ ਵਿਸ਼ਾਲ ਹਿਮਾਲਿਆ ਪਹਾੜ ਦੀਆਂ ਅਣਜਾਣ ਰਾਹਾਂ 'ਤੇ ਖੜਾ ਠੰਡ ਨਾਲ ਕੰਬ ਰਿਹਾ ਸੀ। ਡੇਵਿਡ ਨੇ ਉਸਦੇ ਡਰੇ ਹੋਏ ਚਿਹਰੇ ਵੱਲ ਤੱਕਿਆ ਤੇ ਉਸਦਾ ਹੱਥ ਆਪਣੇ ਹੱਥਾਂ ਵਿੱਚ ਦਬਾ ਕੇ ਹੌਸਲਾ ਦਿੰਦੇ ਹੋਏ ਬੋਲਿਆ, ਤੂੰ ਚਿੰਤਾ ਨਾ ਕਰ। ਰਾਤ ਕੱਟਣ ਲਈ मतलब रात काटने के लिए कोई ना कोई आड़, कोई ना कोई बैठने के लिए जगह ਮਿਲ ਹੀ ਜਾਏਗੀ। ਇਹ ਵੀ ਸ਼ੁਕਰ ਹੈ ਕਿ ਸਾਡੇ ਪਾਸ ਆਪਣੇ ਸਲੀਪਿੰਗ ਬੈਗ ਅਤੇ ਖਾਣ ਪੀਣ ਦਾ ਸਮਾਨ ਹੈ। ਇੱਕ ਵਾਰ ਇਸੇ ਤਰ੍ਹਾਂ ਮੈਂ ਕੈਨੇਡਾ ਦੇ ਪਹਾੜਾਂ 'ਚ ਇਕੱਲਾ ਗੁਆਚ ਗਿਆ ਸੀ। ਗੁਆਚ मतलब ਗੁੰਮ ਗਿਆ ਸੀ ਤੇ ਉਹ ਉਸਨੂੰ ਆਪਣੀ ਘਟਨਾ ਸੁਣਾਉਣ ਲੱਗਾ ਤਾਂ ਕਿ ਨਿੰਦੀ ਦਾ ਧਿਆਨ ਹੋਰ ਪਾਸੇ ਖਿੱਚਿਆ ਜਾਵੇ ਤੇ ਉਸਨੂੰ ਉਸ ਘਟਨਾ ਨੂੰ ਸੁਣ ਕੇ ਸ਼ਾਇਦ ਕੁਝ ਹੌਸਲਾ ਤੇ ਸਵੈ ਵਿਸ਼ਵਾਸ ਮਿਲੇ। ਡੇਵਿਡ ਨੇ ਆਪਣੀ ਕਹਾਣੀ ਸੁਣਾਉਂਦਾ ਆਲੇ ਦੁਆਲੇ ਦੀਆਂ ਚਟਾਨਾਂ ਵਿੱਚ ਕੋਈ ਓਟ ਲੱਭਣ ਦਾ ਯਤਨ ਕਰਨ ਲੱਗਾ। ਇੱਕ ਥਾਂ ਉਹਨਾਂ ਨੂੰ ਇੱਕ ਗੁਫਾ ਜਿਹੀ ਮਿਲ ਗਈ। ਉਹ ਦੋਵੇਂ ਉਸ ਗੁਫਾ 'ਚ ਵੜ ਗਏ। ਗੁਫਾ ਬਹੁਤ ਵੱਡੀ ਨਹੀਂ ਸੀ ਪਰ 2-3 ਆਦਮੀ ਸੁੰਗੜ ਕੇ ਰਾਤ ਕੱਟ ਸਕਦੇ ਹਨ। ਸੁੰਗੜ ਕੇ मतलब कि अपने सर घुटनों में अपने सर को लेके। अंदर बिल्कुल हनेरा सी ते एक अजीब
ਜਿਹੀ ਬਦਬੂ ਆ ਰਹੀ ਸੀ। ਡੇਵਿਡ ਨੇ ਆਪਣੇ ਪਿੱਠੂ ਚੋਂ ਟਾਰਚ ਕੱਢੀ ਤੇ ਉਸ ਨੂੰ ਜਗਾ ਕੇ ਇੱਧਰ ਉੱਧਰ ਵੇਖਣ ਲੱਗਾ। ਉਸਨੇ ਭੂਰੇ ਵਾਲਾਂ ਦੇ ਗੁੱਛੇ ਆਲੇ ਦੁਆਲੇ ਪਏ ਵੇਖੇ। ਕੁਝ ਹੋਰ ਨਿਸ਼ਾਨੀਆਂ ਵੀ ਦਿਸੀਆਂ ਤੇ ਉਹ ਇੱਕਦਮ ਸਮਝ ਗਿਆ ਕਿ ਉਹ ਹਿਮਾਲਿਆ ਵਿੱਚ ਰਹਿਣ ਵਾਲੇ ਭੂਰੇ ਰਿਛ ਦੀ ਗੁਫਾ ਵਿੱਚ ਖੜੇ ਸਨ। ਪਰ ਉਹ ਇਸ ਬਾਰੇ ਦੱਸ ਕੇ ਪਹਿਲਾਂ ਤੋਂ ਹੀ ਘਬਰਾਏ ਹੋਏ ਨਿੰਦੀ ਦੇ ਮਨ ਵਿੱਚ ਹੋਰ ਭੈ ਉਪਜਾਣਾ ਨਹੀਂ ਸੀ ਚਾਹੁੰਦਾ। ਉਸ ਆਖਿਆ, ਇਹ ਤਾਂ बहुत ही साफ नज़र नहीं आती, क्योंकि वो गुफा किसी रीछ की थी। तो वो सोच रहे थे कि वो अगर वो बियर आ जाएगा तो निंदी को पहले ही डर लग रहा था, इसलिए उन्होंने उसको इस बारे में नहीं बताया। तो उन्होंने बोला कि ये हमें साफ़ नहीं लग रही है, आप बाहर चल के कोई होर ठिकाना लभदे हैं मतलब ढूंढते हैं। मेरे विच हुण इन्नी ताकत नहीं कि हिल भी सकां। तो ये बात बोलता है निंदी कि मुझ में इतनी ताकत नहीं है कि अब मैं हिल भी सकूं। मैनू तो ठीक ही लगती है, मैं तो बस लम्मा पै के सो जाना चाहुंदा हाँ। निंदी ने थक्की जी आवाज़ विच कहा, चंगा तू इत्थे ही बैठ ते मैं जाके कुछ लभदा हाँ। ये कह के डेविड बाहर चला गया, पर बहुती देर तक वो निंदी तो दूर नहीं सी रहना चाहुंदा। रिछ किसी वेले भी वापस आ सकता सी। हनेरा हो जाण कारण उसनूं कोई होर गुफा ना मिली तो छेती मतलब जल्दी ही वापस मुड़ आया। हुण उन्हां पास सिर्फ दो ही रस्ते सन, एक ही गुफा तो बाहर आकाश थल्ले रात गुजारदे ते जां इस गुफा दे विच। बाहर सौण नाल ठंड विच मरण वाली गल सी ते मींह भी पै सकदा सी। मींह मतलब बारिश। ਤੇ ਵਾਪਿਸ ਆਉਂਦਿਆਂ ਡੇਵਿਡ ਨੇ ਇੱਧਰੋਂ ਉੱਧਰੋਂ ਕੁਝ ਤੀਲੇ ਕੁਝ ਲੱਕੜੀਆਂ ਇਕੱਠੀਆਂ ਕਰ ਲਿਆਂਦੀਆਂ। ਗੁਫਾ 'ਚ ਆ ਕੇ ਉਸਨੂੰ ਤਸੱਲੀ ਮਿਲੀ ਕਿ ਰਿਛ ਹਾਲੇ ਵਾਪਸ ਨਹੀਂ ਸੀ ਆਇਆ ਤੇ ਨਿੰਦੀ ਇੱਕ ਪਾਛੇ ਗੁੱਛਾ ਮੁੱਛਾ ਹੋਇਆ, मतलब अपने सर को घुटनों में लेके बैठा हुआ था। शायद रिछ आवे ही ना, उस सोचिया, ਜਾਂ ਹੋ ਸਕਦਾ ਕਿ ਰਿਛ ਨੇ ਆਪਣਾ ਟਿਕਾਣਾ ਬਦਲ ਲਿਆ ਹੋਵੇ ਤੇ ਬਹੁਤ ਪਹਿਲਾਂ ਇੱਥੇ ਰਹਿੰਦਾ ਹੋਵੇ। ਉਹ ਆਪਣੇ ਆਪ को ये तसल्ली देने लगी। पर फिर भी लापरवाही नहीं वरतनी चाहिए। वो सोचा सब तो पहला काम उसने ये किया कि गुफा के एक पासे अग बाल लाई। लकड़ां कुछ गिलियां सन ते अग बलन विच काफ़ी देर लग गई, बलन मतलब आग जलाने में। उस तो बाद उसने पिट्ठू चो जो हमारी बैग के लिए अपनी पीठ पे जो हम बैग टांगे रखते उसे बोला गया पिट्ठू चो एक प्लास्टिक की तरपाल कड्डी ते गुफा के फर्श नूं तीलियां नाल साफ करके उस ते विछा दी। निंदी अपना स्लीपिंग बैग कढ़ के झटपट उस विच वड़ गया। डेविड ने थर्मस चो गर्म पानी कॉफ़ी कड्डी, कुछ बिस्किट कड्डे ते गर्म कॉफ़ी का प्याला भर के निंदी नूं फड़ा दिता। गर्म कॉफ़ी पींदे ही निंदी नूं अपने अंगां विच ताकत ते गर्मी आउंदी अनुभव हुई ते उसने धन्नवाद भरीआं अखां नाल डेविड वाल तक्किया। डेविड भी उस वाल देख के मुस्कुरा पिया ते प्यार नाल उसके सिर ते हथ फेरिया। इस तरह खतरे ते औंकड़ां दा मुकाबला करदे एक दूजे नाल दुख सुख साझा करदे दोस्तां वांग एक दूजे दे नेड़े मतलब नज़दीक आ गए, दोस्तां तो भी वध भरावां वांग। थोड़ी देर विच ही निंदी स्लीपिंग बैग च गुच्छा मुच्छा था सो गया, मतलब वो गुच्छा मुच्छा हुआ ही उसमें सो गया। डेविड जागदा रहा इकल्ला स्लीपिंग बैग च गुच्छा मुच्छा थां वेख गया नहीं इत्थे आएगा गुच्छा मुच्छा ही होके सो गया। डेविड जागदा रहा इकल्ला ये अनजाने देश अनडिठे पर्वती रस्तियां ते इस विशाल हिमालय पहाड़ विचकार अपने देश तो हज़ारां किलोमीटर दूर। वो मन ही मन मनजीत का धन्नवाद किया जिसने सारिਆਂ ਨੂੰ ਆਪਣੇ ਪਿੱਠੂਆਂ 'ਚ स्लीपिंग बैग ਤੇ ਇੱਕ ਦਿਨ ਦਾ ਰਾਸ਼ਨ ਰੱਖਣ ਲਈ ਕਿਹਾ ਸੀ। ਉਸਨੂੰ ਆਪ ਵੀ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ, नींद भी आ रही सी, पर वो सौ नहीं सी सकता। हो सकता है कि रिछ वापस ही आ जाए। हल्की अग नाल गुफा निग्गी हो गई। निग्गी मतलब कि उसमें गर्माहट आ गई। उसने स्लीपिंग बैग अपने आले दुआले लपेटिया। 1 फुट लम्मा चाकू म्यान विचों कढ़ के हत्थ विच फड़िया ते गुफा की कंध नाल ढो ला के मतलब पीठ लगा के बाहर वल कन्न कर ला के बैठ गया। उसने अपने अंदर एक सनसनी जी अनुभव की। उसने दिमाग विच अपने पिछले सफ़र दीयां तस्वीरां उभरन लगियां। कनेडा, अलास्का ते स्विट्जरलैंड दीयां तस्वीरां, अस्कीमो ते रैड इंडियन लोकां दीयां गल्लां। जद भी उसनूं झपकी आउंदी तां अपने आप नूं जागदे रखण लई बहुत कोशिश करनी पैंदी, क्योंकि वो जागते हुए रहना चाहता था। अचानक उसनूं लग्या कि बाहरों उसने किसी तीले दे टुੱਟਣ ते किसी दे पत्थर ते रुड़न की आवाज़ सुनी है ते फिर उसनूं कुछ इस तरह महसूस होया जिवें कोई अखां उस वल देख रहीआं होण। उसने झटपट कुछ सुक्कियां लकड़ां चुक के अग 'च सुੱਟ दित्तियां ते एक हत्थ विच टार्च अते दूजे विच घुੱਟ के चाकू फड़ लिया। उसका दिल जोर दी धड़कन लगा। उसने टॉर्च की रोशनी बाहर वल मारी तां किसी जानवर दीयां 2 अखां मगदे कोयलियां वांग मतलब जलते हुए कोयले की तरह वांग चमक उठियां। डर नाल डेविड दे रोंगटे खड़े हो गए तो शरीर कंब उठा, मतलब वो कांप उठा। उसने एक बलदी लकड़ी मतलब जल रही लकड़ी वगा मारी। बाहरों एक रिछ की गुस्से भरी गर की आवाज़ आई। फिर वो मुड़िया अते हनेरे विच लोप हो गया। डेविड नूं सुख दा साह आया।
मतलब उसने सुक्की सांस ली ਤੇ ਉਹ ਮੁੜ ਚਟਾਨ ਨਾਲ ਢੋ ਲਾ ਕੇ ਬੈਠ ਗਈ। ਸਵੇਰ ਜਦ ਨਿੰਦੀ ਨੇ ਅੱਖ ਖੋਲੀ ਤਾਂ ਵੇਖਿਆ ਕਿ ਡੇਵਿਡ ਆਪਣੇ ਗੋਡਿਆਂ ਤੇ ਸਿਰ ਟਿਕਾਈ ਮਜ਼ੇ ਨਾਲ ਸੁੱਤਾ ਪਿਆ ਸੀ। ਨਿੰਦੀ ਨੇ ਉਸ ਦੇ ਮੋਢੇ ਨੂੰ ਹੱਥ ਨਾਲ ਛੂੰਹਦੇ ਹੋਏ ਆਖਿਆ, ਡੇਵਿਡ ਅੰਕਲ ਉੱਠੋ, ਸਵੇਰ ਹੋ ਗਈ। ਡੇਵਿਡ ਇੱਕਦਮ ਧਰਬਕ ਕੇ ਉੱਠਿਆ, मतलब घबरा के एकदम से। ਪਹਿਲਾਂ ਨਿੰਦੀ ਵੱਲ ਤੇ ਫਿਰ ਗੁਫਾ ਤੋਂ ਬਾਹਰ ਪਸਰਦੀ ਰੋਸ਼ਨੀ ਵੱਲ ਤੱਕਿਆ ਤੇ ਇੱਕ ਭਾਵਪੂਰਨ ਮੁਸਕਰਾਹਟ ਉਸਦੇ ਬੁੱਲ੍ਹਾਂ ਤੇ मतलब उनके होठों पे खिलर गई, मतलब बिखर गई। ਉਸ ਦੀਆਂ ਅੱਖਾਂ ਸਾਹਮਣੇ ਰਾਤ ਵਾਲਾ ਨਜ਼ਾਰਾ ਘੁੰਮ ਗਿਆ। ਉਸਨੇ ਆਖਿਆ, ਨਿੰਦੀ ਤੈਨੂੰ ਪਤਾ ਹੈ ਕਿ ਅਸੀਂ ਇੱਕ ਰਿੱਛ ਦੀ ਗੁਫਾ ਵਿੱਚ ਬੈਠੇ ਹੋਏ ਹਾਂ। ਨਿੰਦੀ ਨੇ ਆਲੇ ਦੁਆਲੇ ਤੱਕਿਆ, ਫਿਰ ਇੱਕਦਮ ਭੁੜਕ ਕੇ ਬੋਲਿਆ, ਇੱਕਦਮ ਸੇ ਬੋਲਾ, ਕੀ ਇਹ ਰਿੱਛ ਦੀ ਗੁਫਾ ਵਿੱਚ? ਤੁਹਾਨੂੰ ਕਿਵੇਂ ਪਤਾ? ਡੇਵਿਡ ਨੇ ਰਾਤ ਵਾਲੀ ਸਾਰੀ ਘਟਨਾ ਉਸਨੂੰ ਸੁਣਾਈ। ਨਿੰਦੀ ਹੈਰਾਨ ਹੁੰਦਾ ਬੋਲਿਆ, ਤੁਸੀਂ ਮੈਨੂੰ ਕਿਉਂ ਨਹੀਂ ਜਗਾਇਆ? ਚੰਗਾ, ਅਗਲੀ ਵਾਰ ਜਗਾ ਦਿਆਂਗਾ, ਡੇਵਿਡ ਨੇ ਹੱਸਦੇ ਹੋਏ ਉੱਤਰ ਦਿੱਤਾ। ਤਾਂ ਇਸ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਇੱਕ ਹਿਮਾਲਯੀ ਪਰਬਤ ਦੀ ਸੈਰ 'ਤੇ ਨਿਕਲਦੇ ਹਨ ਅਤੇ ਉੱਥੇ ਉਹਨਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹਨ। ਅਖੀਰ ਵਿੱਚ ਉਹ ਰਿੱਛ ਦੀ ਗੁਫਾ ਵਿੱਚ ਬੈਠ ਜਾਂਦੇ ਨੇ। ਉੱਥੇ ਵੀ ਉਹਨਾਂ ਨੂੰ ਰਿੱਛ ਦਾ ਭੈ ਸਤਾਉਂਦਾ ਰਹਿੰਦਾ ਹੈ ਅਤੇ ਅਖੀਰ ਵਿੱਚ ਦਿਨ ਚੜ੍ਹਦਾ ਹੈ ਅਤੇ ਉਹ ਉੱਥੋਂ ਨਿਕਲ ਜਾਂਦੇ ਹਨ। ਔਖੇ ਸ਼ਬਦਾਂ ਦੇ ਅਰਥ: ਤਰੰਗੜੀ, ਲੱਕੜੀ ਤੇ ਫੱਟਿਆਂ ਦਾ ਬਣਿਆ ਪੁੱਲ, ਠੇਡਾ, ਪੈਰ ਦੇ ਅੰਗੂਠੇ 'ਤੇ ਕੁਝ ਲੱਗ ਜਾਣਾ, ਬੌਂਦਲੇ, ਬਹੁਤ ਜ਼ਿਆਦਾ ਘਬਰਾਏ ਹੋਣਾ, ਪਿੱਠੂ ਪਿੱਠ 'ਤੇ ਟੰਗਣ ਵਾਲਾ ਬੈਗ, ਗੁੱਛਾ ਮੁੱਛਾ, ਗੋਡਿਆਂ ਨੂੰ ਸਿਰ ਨਾਲ ਲਾ ਕੇ ਬੈਠਣਾ, ਆੜ ਯਾਨੀ ਕਿ ਆਸਰਾ। ਅਭਿਆਸ, ਅੱਗੇ ਅਸੀਂ ਇਸ 'ਤੇ ਪ੍ਰਸ਼ਨ ਉੱਤਰ ਕਰਦੇ ਹਾਂ। ਪਹਿਲਾ ਹੈ, ਡੇਵਿਡ ਤੇ ਨਿੰਦੀ ਕਿਹੜੇ ਪਹਾੜੀ ਸਫ਼ਰ 'ਤੇ ਨਿਕਲੇ ਸਨ? ਤਾਂ ਡੇਵਿਡ ਤੇ ਨਿੰਦੀ ਹਿਮਾਲਿਆ ਪਰਬਤ ਦੇ ਪਹਾੜੀ ਸਫ਼ਰ 'ਤੇ ਨਿਕਲੇ ਸਨ। ਡੇਵਿਡ ਤੇ ਨਿੰਦੀ ਨਾਲ ਪਹਾੜੀ ਸਫ਼ਰ 'ਤੇ ਹੋਰ ਕੌਣ ਕੌਣ ਜਾ ਰਿਹਾ ਸੀ? ਤਾਂ ਉਹਨਾਂ ਦੇ ਨਾਲ ਮਨਜੀਤ ਤੇ ਭੂਸ਼ਣ ਵੀ ਜਾ ਰਹੇ ਸਨ। ਡੇਵਿਡ ਤੇ ਨਿੰਦੀ ਨੇ ਰਾਤ ਕਿੱਥੇ ਗੁਜ਼ਾਰੀ? ਡੇਵਿਡ ਤੇ ਨਿੰਦੀ ਨੇ ਰਾਤ ਰਿੱਛ ਦੀ ਗੁਫਾ ਵਿੱਚ ਗੁਜ਼ਾਰੀ। ਤਰੰਗੜੀ ਕਿਸ ਨੂੰ ਕਹਿੰਦੇ ਹਨ? ਤਰੰਗੜੀ ਕਿਸ ਨੂੰ ਕਹਿੰਦੇ ਹਨ? ਲੱਕੜੀ ਤੇ ਫੱਟਿਆਂ ਦਾ ਬਣੇ ਹੋਏ ਪੁੱਲ ਨੂੰ ਤਰੰਗੜੀ ਕਹਿੰਦੇ ਹਨ। ਡੇਵਿਡ ਦੇ ਦਿਮਾਗ ਵਿੱਚ ਆਪਣੇ ਕਿਹੜੇ ਸਫ਼ਰ ਦੀਆਂ ਤਸਵੀਰਾਂ ਘੁੰਮ ਰਹੀਆਂ ਸਨ? ਕੈਨੇਡਾ, ਅਲਾਸਕਾ ਤੇ ਸਵਿਟਜ਼ਰਲੈਂਡ ਦੀਆਂ ਤਸਵੀਰਾਂ। ਅੱਗੇ ਦੇਖੋ, ਅਣਡਿੱਠੇ ਰਸਤਿਆਂ ਦਾ ਸਫ਼ਰ ਤੈਅ ਕਰਨ ਲਈ ਨਿੰਦੀ ਦੇ ਡੇਵਿਡ ਆਪਣੇ ਪਿੱਠੂ ਬੈਗ ਵਿੱਚ ਕੀ ਸਮਾਨ ਲੈ ਕੇ ਗਏ? ਤਾਂ ਉਹਨਾਂ ਨੇ ਆਪਣੇ ਬੈਗ ਵਿੱਚ ਸਲੀਪਿੰਗ ਬੈਗ, ਇੱਕ ਪਲਾਸਟਿਕ ਦੀ ਤਰਪਾਲ ਅਤੇ ਕੁਝ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਸੀ। ਅਗਲਾ ਪ੍ਰਸ਼ਨ, ਡੇਵਿਡ ਨੇ ਰਿੱਛ ਨੂੰ ਕਿਵੇਂ ਭਜਾਇਆ? ਤਾਂ ਡੇਵਿਡ ਨੇ ਇੱਕ ਬਲਦੀ ਹੋਈ ਲੱਕੜੀ ਨੂੰ ਰਿੱਛ ਵੱਲੀ ਮਾਰਿਆ ਅਤੇ ਉਹ ਡਰਦਾ ਹੋਇਆ ਭੱਜ ਗਿਆ। ਇਸ ਸਫ਼ਰ ਦੌਰਾਨ ਉਹਨਾਂ ਨੂੰ ਕਿਹੜੀਆਂ ਔਂਕੜਾਂ ਦਾ ਸਾਹਮਣਾ ਕਰਨਾ ਪਿਆ? ਔਂਕੜਾ ਯਾਨੀ ਕਿ ਮੁਸੀਬਤਾਂ ਦਾ। ਤਾਂ ਉਹ ਬਰਫੀਲੇ ਰਸਤਿਆਂ 'ਤੇ ਚੱਲ ਰਹੇ ਸਨ ਅਤੇ ਫਿਰ ਉਹ ਬੱਦਲਾਂ ਵਿੱਚ ਘਿਰ ਜਾਂਦੇ ਹਨ। ਫਿਰ ਉਹ ਜਿਹੜੀ ਉਸਦੀ ਰਸਤਾ ਭਟਕ ਜਾਂਦੇ ਹਨ। ਫਿਰ ਰਿੱਛ ਦੀ ਗੁਫਾ ਵਿੱਚ ਆਉਂਦੇ ਹਨ। ਜਦੋਂ ਉਸਦੀ ਗੁਫਾ ਵਿੱਚ ਠਹਿਰਦੇ ਹਨ ਤਾਂ ਰਾਤ ਨੂੰ ਉੱਥੇ ਰਿੱਛ ਆ ਜਾਂਦਾ ਹੈ। ਇਸੇ ਤਰ੍ਹਾਂ ਉਹਨਾਂ ਨੂੰ ਬਹੁਤ ਸਾਰੀਆਂ ਔਂਕੜਾਂ ਦਾ ਸਾਹਮਣਾ ਕਰਨਾ ਪਿਆ। ਵਾਕਾਂ ਵਿੱਚ ਵਰਤੋ ਰਫ਼ਤਾਰ। ਤਾਂ ਰਫ਼ਤਾਰ ਤੋਂ ਅਸੀਂ ਵਾਕਾਂ ਵਿੱਚ ਇਹਨਾਂ ਦੇ ਵਾਕ ਬਣਾਉਣੇ ਹਨ। ਰਫ਼ਤਾਰ ਯਾਨੀ ਕਿ ਬਹੁਤ ਤੇਜ਼ ਚੱਲਣਾ। ਬੱਸ ਦੀ ਰਫ਼ਤਾਰ ਤੇਜ਼ ਹੈ। ਥਕਾਵਟ, ਉਹ ਥਕਾਵਟ ਵਿੱਚ ਦਿਖ ਰਿਹਾ ਸੀ। ਪਗਡੰਡੀ, ਉਹ ਪਹਾੜੀ ਪਗਡੰਡੀ 'ਤੇ ਚੱਲ ਰਹੇ ਸਨ। ਹਿਮਾਲਿਆ, ਉਹ ਹਿਮਾਲਿਆ ਪਹਾੜ ਦੇ ਸਫ਼ਰ 'ਤੇ ਗਏ ਸਨ। ਬਰਫਾਨੀ ਹਵਾਵਾਂ ਚੱਲ ਰਹੀਆਂ ਸਨ। अगला प्रश्न है, हेठ लिखे शब्दों में शुद्ध अशुद्ध वक करके लिखो। तो इसमें से हमने इन्होंने दो शब्द दिए हैं। इसमें से हमें शुद्ध एक साइड ऊपर शुद्ध लिख के एक साइड शुद्ध शब्द लिखने हैं, एक साइड हमें अशुद्ध शब्द लिखने हैं। तो इनमें से ये है अशुद्ध, तो शुद्ध है इसमें ये वाला। इसमें से शुद्ध ये है शुद्ध और ये है अशुद्ध। इसमें से ये है अशुद्ध और ये है शुद्ध। ये है शुद्ध और ये है अशुद्ध। ये है अशुद्ध, ये है शुद्ध। ये है शुद्ध और ये है अशुद्ध। ये है अशुद्ध और ये है शुद्ध। इस तरीके नाल इन्हां प्रश्नों नूं तुसीं करना है। पहले इस पाठ को आपको पढ़ना है, फिर इसके प्रश्न उत्तर करने हैं। मैं लिख के भी आपके साथ इसे शेयर करूँगी, पर आप इसे पहले पाठ को पढ़ के अच्छे से खुद से करने की कोशिश करना है।